कि एक सिख लड़का जिसने दस्तार बंधी है और इन्हां दे विच ईसाइयां दे विच विआह दे विच जिहड़ा निकाह शब्द जिहड़ा यूज़ किया जाता उन्हें पग बन्नी है, तुसीं देख सकते हैं। जिहड़ी पग आ वो सानूं भी पता वा किन्नियां शहीदियां प्राप्त करके धर्म की राखी करके सरदारी करके सानूं ये पग मिली है। सरकारी नौकरियां जिहड़ियां वा ਉਹ ਪ੍ਰੇ ਕਰਕੇ ਮਿਲਦੀਆਂ ਪਈਆਂ ਵਾ। ਜਦੋਂ ਬੰਦਾ ਇੱਕ ਕਨਵਰਟਡ ਹੋ ਜਾਂਦਾ, ਠੀਕ ਹੈ ਜੀ, ਔਰ ਉਹਨੂੰ ਜਿਹੜੇ ਸਾਡੇ ਗੁਰਪੀਰ ਆ, ਸਾਡੇ ਈਸਟ ਆ, ਉਹ ਸਾਰਿਆਂ 'ਚ ਇਹਨਾਂ ਨੂੰ ਸ਼ੈਤਾਨ ਦਿਖਣਾ ਸ਼ੁਰੂ ਹੋ ਜਾਂਦਾ। ਤੇ ਪੱਗ ਦੀ ਬੇਅਦਬੀ ਨਾ ਕਰੋ, ਕਿਉਂਕਿ ਜੇ ਤੁਸੀਂ ਮਸੀਹ ਬਣਨਾ ਵਾ ਤੇ ਫਿਰ ਮਸੀਹ ਬਣ ਜਾਓ, ਜੇ ਸਿੱਖ ਬਣਨਾ ਤੇ ਸਿੱਖ ਬਣ ਜਾਓ। ਇਹ ਜਿਹੜਾ ਸਿੱਖ ਦਾ ਸਿਰ ਹੈਗਾ ਵਾ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਣਾ ਚਾਹੀਦਾ ਵਾ, ਨਾ ਕਿ ਕਿਸੇ ਪਾਦਰੀ ਅੱਗੇ। ਲਾਈਵ ਸ਼ੋਅ ਦੇ ਵਿੱਚ ਜਿਹੜਾ ਵਾ ਰਸੌਲੀਆਂ ਕੱਢੀਆਂ ਜਾ ਰਹੀਆਂ ਵਾ, ਮੈਂ ਕਹਿੰਦਾ ਮੈਂ ਗਾਇਨੀਕੋਲੋਜਿਸਟ ਦੀ ਲੋੜ ਨਹੀਂ ਹੈਗੀ, ਤੁਸੀਂ ਸਿੱਧੇ ਪਾਸਟਰ ਕੋਲ ਚਲ ਜਾਓ, ਤੁਸੀਂ ਆਪਣੀ ਰਸੌਲੀਆਂ ਕਢਾ ਸਕਦੇ ਆ। ਮੇਰਾ ਨਾਮ ਲੱਕੀ ਵੈਦ ਹੈ ਜੀ, ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸੈਨਾ। ਅੱਜ ਦਾ ਜਿਹੜਾ ਮੇਨ ਮੁੱਦਾ ਵਾ ਉਹ ਪੰਜਾਬ ਦੇ ਵਿੱਚ ਜਿਹੜਾ ਕੋੜ ਲੱਗਾ ਵਾ, ਪੰਜਾਬ ਦੀ ਜਿਹੜੀ ਧਰਤੀ ਨੂੰ ਜਿਹੜਾ ਖਾਣ ਦਿਆ ਵਾ, ਪੰਜਾਬ ਦੇ ਸਮਾਜ ਨੂੰ ਖਾ ਰਿਹਾ ਵਾ, ਪੰਜਾਬ ਦੇ ਲੋਕਾਂ ਨੂੰ ਜਿਹੜਾ ਖਾਈ ਜਾ ਰਿਹਾ, ਪੰਜਾਬ ਦੀ ਜਵਾਨੀ ਨੂੰ ਖਾਈ ਜਾ ਰਿਹਾ ਵਾ, ਉਹ ਹੈਗਾ ਜੇ ਧਰਮ ਪਰਿਵਰਤਨ, ਜਿਹੜਾ ਈਸਾਈ ਮਿਸ਼ਨਰੀਆਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਵਾ। ਔਰ ਬਹੁਤ ਵੱਡੇ ਲੈਵਲ 'ਤੇ ਇੱਕ ਜਿਹੜਾ ਪ੍ਰੋਪਰਗੈਂਡਾ ਜਿਹੜਾ ਫੈਲਾਇਆ ਜਾ ਰਿਹਾ ਵਾ ਕਿ ਵੀ ਕਿਸੇ ਤਰੀਕੇ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਕਨਵਰਟਡ ਕਰਕੇ ਆਪਣੇ ਨਾਲ ਜੋੜ ਕੇ, ਔਰ ਜਿਹੜੇ ਸਾਡੇ ਗੁਰੂ ਸਾਹਿਬਾਨ ਆ, ਜਿਹੜੇ ਸਾਡੇ ਈਸਟ ਆ, ਉਹਨਾਂ ਤੋਂ ਸਾਰਿਆਂ ਤੋਂ ਦੂਰ ਕੀਤਾ ਜਾਵੇ। ਅੱਜ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦਿਖਾਉਣ ਜਾ ਰਿਹਾ ਵਾਂ, ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿਸ ਵੱਡੇ ਲੈਵਲ 'ਤੇ ਜਿਹੜਾ ਵਾ ਕਿ ਵੀ ਸਮਾਜ ਦਾ, ਨਾ ਕੇਵਲ ਵਾਲਮੀਕੀ ਸਮਾਜ ਦਾ, ਮਜ਼੍ਹਬੀ ਸਿੱਖ ਸਮਾਜ ਦਾ, ਸਿੱਖ ਸਮਾਜ ਦਾ ਵੀ ਜਿਹੜਾ ਨਾ ਵੱਡੇ ਲੈਵਲ 'ਤੇ ਕਨਵਰਜਨ ਕਰਾਇਆ ਜਾ ਰਿਹਾ। ਤੁਸੀਂ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਕਨਵਰਟਡ ਕੀਤਾ ਜਾ ਰਿਹਾ। ਅੱਜ ਤੁਸੀਂ ਲੋਕ ਉਹ ਭੁੱਲ ਗਏ ਆ ਕਿ ਵੀ ਛੋਟੇ ਛੋਟੇ ਸਾਹਿਬਜ਼ਾਦੇ ਸੀਗੇ ਜਿਨ੍ਹਾਂ ਨੇ ਮੁਗਲਾਂ ਦੇ ਅੱਗੇ ਆਪਣਾ ਸ਼ੀਸ਼ ਨਹੀਂ ਨਵਾਇਆ, ਉਹਨਾਂ ਦਾ ਜ਼ੁਲਮ ਨਹੀਂ ਸਹਿਆ, ਔਰ ਆਪਣੇ ਆਪ ਨੂੰ ਜਿਹੜਾ ਧਰਮ ਦੀ ਖਾਤਰ ਵਾਰ ਦਿੱਤਾ, ਪਰ ਆਪਣਾ ਧਰਮ ਨਹੀਂ ਛੱਡਿਆ। ਕੀ ਅੱਜ ਤੁਸੀਂ ਉਹ ਚੀਜ਼ ਭੁੱਲ ਗਏ ਆ? ਤੁਸੀਂ ਭੁੱਲ ਗਏ ਆ ਗੁਰੂ ਸਾਹਿਬਾਨਾਂ ਦੀ ਜਿਹੜੀ ਉਹਨਾਂ ਦੀ ਬਲੀਦਾਨ? ਅੱਜ ਤੁਹਾਨੂੰ ਉਹ ਲੋਕ ਚੰਗੇ ਲੱਗਣ ਲੱਗ ਪਏ ਆ? 200-250 ਸਾਲ ਜਿਹੜਾ ਵਾ ਅੰਗਰੇਜ਼ਾਂ ਨੇ ਸਾਡੇ ਉੱਪਰ ਰਾਜ ਕੀਤਾ ਵਾ, ਔਰ ਜੇ ਇਹ ਇੰਨੇ ਚੰਗੇ ਹੁੰਦੇ, ਇੰਨੇ ਹੀ ਸਾਡੇ ਲੋਕਾਂ ਦੀ ਭਲਾਈ ਕਰਦੇ, ਤੇ ਉਸ ਸਮੇਂ ਨਹੀਂ ਸੀ ਕਰ ਸਕਦੇ। ਅੱਜ ਇਹਨਾਂ ਨੂੰ ਬਹੁਤਾ ਜ਼ਿਆਦਾ ਅੱਜ ਸਾਡਾ ਭਾਰਤ ਦੇ ਲੋਕਾਂ ਦਾ ਹੇਰਵਾ ਜਗ ਪਿਆ ਵਾ। ਤੁਸੀਂ ਦੇਖੋ ਕਿ ਜਿਹੜੇ ਨਿਤ ਨਵਾਂ ਕੁਛ ਨਾ ਕੁਛ ਲੈ ਕੇ ਆਉਂਦੇ ਆ ਵੀਜ਼ੇ ਲਵਾਉਣ ਲਈ ਪ੍ਰੇਅਰ ਕੀਤੀਆਂ ਜਾਂਦੀਆਂ ਵਾ, ਔਰ ਇਹਨਾਂ ਕੋਲ ਮੋਟੀਆਂ ਫੀਸਾਂ ਲਿੱਤੀਆਂ ਜਾਂਦੀਆਂ ਵਾ। ਕਿ ਅੱਜ ਤੁਸੀਂ ਦੇਖੋ ਇਹ ਸਿੱਖ ਸਮਾਜ ਦੇ ਲੋਕ ਆ ਜਿਹੜੇ ਕਨਵਰਟਡ ਹੋਈ ਜਾ ਰਹੇ ਆ। ਮੈਂ ਇਹਨਾਂ ਕੋਲ ਹੀ ਪੁੱਛਣਾ ਚਾਹੁੰਦਾ ਵਾ ਕਿ ਵੀ ਤੁਸੀਂ ਆਪਣੇ ਸਿੱਖ ਸਮਾਜ ਦਾ ਜਿਹੜਾ ਬਲਿਦਾਨ ਭੁੱਲ ਚੁੱਕੇ ਆ? ਔਰ ਤੁਸੀਂ ਆਹ ਦੇਖੋ, ਹੋਰ ਵੀ ਬਹੁਤ ਕੁਛ ਹੈ। ਮੈਂ ਆਪਣੇ ਦਲਿਤ ਸਮਾਜ ਨੂੰ ਇਹ ਅਪੀਲ ਕਰਦਾ ਵਾਂ, ਤੁਸੀਂ ਇਹ ਚੀਜ਼ ਵੇਖੋ ਕਿ ਜਿਹੜੇ ਈਸਾਈ ਮਿਸ਼ਨਰੀ ਆ, ਫੋਰਨਰ ਇੱਕ ਬੈਠਾ ਹੋਇਆ ਵਾ, ਉਹ ਪਿਆਰ ਧੋ ਰਿਹਾ ਵਾ। ਤੁਸੀਂ ਵੇਖੋ ਟਰਾਈਬਸ ਏਰੀਏ ਦੇ ਵਿੱਚ ਦੀ ਇਹ ਫੋਟੋ ਆ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਕਿਸੇ ਅੰਗਰੇਜ਼ ਦੇ ਮਗਰ ਮਸੀਹ ਲੱਗਾ ਵਾ? ਬਿਲਕੁਲ ਕਿਸੇ ਅੰਗਰੇਜ਼ ਦੇ ਮਗਰ ਮਸੀਹ ਨਹੀਂ ਲੱਗਾ। ਇਹ ਕਿਉਂ ਲਾਇਆ ਗਿਆ ਵਾ ਕਿ ਰਹਿਣਾ ਤੁਸੀਂ ਉੱਥੇ ਕੀ ਆ, ਤੁਹਾਨੂੰ ਰੱਖਣਾ ਅਸੀਂ ਉੱਥੇ ਕੀ ਆ, ਉੱਥੇ ਵੀ ਤੁਹਾਡੀ ਉਹੀ ਹਾਲਾਤ, ਉੱਥੇ ਵੀ ਤੁਹਾਡੀ ਉਹੀ ਹਾਲਾਤ ਆ। ਜੇ ਜਾਤੀਵਾਦ ਦੀ ਗੱਲ ਕਰਦੇ ਆ ਤੇ ਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਾਤੀਵਾਦ ਜੇ, ਨਾ ਰਮਾਇਣ ਦੇ ਵਿੱਚ ਜਾਤੀਵਾਦ ਜੇ, ਨਾ ਮਹਾਭਾਰਤ 'ਚ ਜਾਤੀਵਾਦ ਜੇ। ਕਿਉਂਕਿ ਰਮਾਇਣ ਤੇ ਮਹਾਭਾਰਤ ਜਿਹੜੇ ਰਚయిਤਾ ਵਾ ਉਹ ਦੋਨੇ ਜਿਹੜੇ ਆ ਐਸੀ ਸਮਾਜ 'ਚੋਂ ਸੀਗੇ, ਤੇ ਜੇ ਜਾਤੀਵਾਦ ਹੁੰਦਾ ਤੇ ਉਦੋਂ ਹੀ ਹੋਣਾ ਸੀਗਾ। ਰਾਮਚੰਦਰ ਜੀ ਦੇ ਜਿਹੜੇ ਮਿੱਤਰ ਸੀਗੇ ਨਿਸ਼ਾਦ ਰਾਜ ਸੀਗੇ, ਔਰ ਜਿਹੜੇ ਜਦੋਂ ਉਹਨਾਂ ਦਾ ਅਭਿਸ਼ੇਕ ਹੋਇਆ ਵਾ ਉਦੋਂ ਵੀ ਉਹਨਾਂ ਦੇ ਨਾਲ ਸੀਗੇ। ਕਿਸੇ ਦੇ ਵੀ ਜਾਤੀਵਾਦ ਨਹੀਂ ਹੋਇਆ। ਜੇ ਜਾਤੀਵਾਦ ਕਰਕੇ ਆਪਾਂ ਕਹਿੰਦੇ ਆਪਾਂ ਆਪਣੇ ਗੁਰੂਆਂ ਨੂੰ ਛੱਡ ਦਈਏ, ਜਾਤੀਵਾਦ ਜਿਹੜੀ ਆ ਨਾ ਇੱਕ ਕਿਸੇ ਪਰਟੀਕੂਲਰ ਬੰਦੇ ਦੀ ਸੋਚ ਆ, ਨਾ ਗੁਰੂ ਸਾਹਿਬਾਨਾਂ ਦੀ ਆ, ਨਾ ਕਿਸੇ ਅਵਤਾਰੀ ਸ਼ਕਤੀ ਦੀ ਆ, ਨਾ ਕਿਸੇ ਧਰਮ ਗ੍ਰੰਥ ਦੀ ਆ। ਜੀ ਤਾਜ਼ਾ ਮਾਮਲਾ ਜਿਹੜਾ ਜਲੰਧਰ ਦੇ ਵਿੱਚ ਅੱਜ ਬੱਚੇ ਨਾਲ ਹੋਇਆ, ਉਸ ਬਾਰੇ ਕੀ ਕਹਿਣਾ ਚਾਹੁੰਦੇ? ਤੁਸੀਂ ਇਹੀ ਵੇਖੋ ਕਿ ਵੀ ਲੋਕ ਇੰਨੀਆਂ ਚੀਜ਼ਾਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਅਵੇਅਰ ਨਹੀਂ ਹੋ ਰਹੇ। ਉਹਦੇ ਵਿੱਚ ਕੀ ਹੋਇਆ ਵਾ ਕਿ ਤਾਜਪੁਰ ਰੋਡ ਦੀ ਜਿਹੜੀ ਗੱਲ ਆ, ਉਹਦੇ ਵਿੱਚ ਏਮਸ ਨੇ ਵੀ ਉਸ ਬੱਚੇ ਨੂੰ ਜਿਹੜਾ ਵਾ ਜਵਾਬ ਦੇ ਦਿੱਤਾ ਸੀਗਾ। ਉਹਦੇ ਬ੍ਰੇਨ ਟਿਊਮਰ ਸੀਗਾ। ਉਹਨਾਂ ਦੀ ਕਹਿੰਦੇ ਕਿ ਵੀ ਜਿਸ ਤਰ੍ਹਾਂ ਕਿ ਆਹ ਦੇਖੋ ਕਿ ਆਨਲਾਈਨ ਜਿਹੜੀਆਂ ਇਹ ਐਡਸ ਪਾ ਰਹੇ ਆ ਕਿ ਵੀ ਸਾਡੇ ਕੋਲ ਹਰ ਇੱਕ ਬਿਮਾਰੀ ਦਾ ਇਲਾਜ ਆ। ਉਹ ਐਡ ਵੇਖ ਕੇ ਹੀ ਜਿਹੜਾ ਦਿੱਲੀ ਤੋਂ ਜਿਹੜਾ ਪਰਿਵਾਰ ਸੀਗਾ, ਕਿਉਂਕਿ ਮਰਦੇ ਨੂੰ ਤਣਕੇ ਦਾ ਸਹਾਰਾ ਹੁੰਦਾ, ਉਹ ਪਰਿਵਾਰ ਇੱਥੇ ਆਇਆ ਵਾ ਔਰ 65,000 ਦੇ ਵਿੱਚ ਡੀਲ ਹੋਈ ਆ।
ਔਰ 65,000 60,000 ਉਹਨਾਂ ਨੇ ਲੈ ਲਿਆ ਵਾ। ਬ੍ਰੇਨ ਟਿਊਮਰ ਸੀਗਾ ਔਰ ਚਲਦੀ ਪ੍ਰੇਅਰ ਦੇ ਵਿੱਚ ਹੀ ਜਿਹੜਾ ਵਾ ਨਾ ਉਹ ਬੱਚਾ ਜਿਹੜਾ ਡੈੱਡ ਹੋ ਚੁੱਕਾ। ਪਰ ਪ੍ਰਸ਼ਾਸਨ ਦੀ ਇੱਥੇ ਵੇਖੋ ਕਿੰਨੀ ਤਗੜੀ ਨਲਾਇਕੀ ਆ। ਕਹਿੰਦੇ ਪ੍ਰਸ਼ਾਸਨ ਦਾ ਵਿੱਚ ਇਹ ਕਮੈਂਟਸ ਆਏ ਆ, ਕਹਿੰਦੇ ਸਾਡੇ ਕੋਲ ਕੰਪਲੇਂਟ ਨਹੀਂ ਆਈ ਤੇ ਇਹ ਜਿਹੜਾ ਵਾ ਇਹ ਅਸੀਂ ਇੱਥੇ ਕੋਈ ਕਾਰਵਾਈ ਨਹੀਂ ਕਰ ਸਕਦੇ। ਤੁਸੀਂ ਵੇਖੋ ਕਿ ਪ੍ਰਸ਼ਾਸਨ ਉੱਥੇ ਤੇ ਕਾਰਵਾਈ ਕਰ ਸਕਦਾ ਵਾ ਜਿਹੜੇ ਝੋਲਾ ਛਾਪ ਡਾਕਟਰ ਆ, ਕਿ ਇਹ ਉਹ ਚੀਜ਼ ਨਹੀਂ ਹੈਗੀ। ਤੁਸੀਂ ਮੈਡੀਕਲ ਕਾਲਜ ਬੰਦ ਕਰ ਦਿਓ, ਤੁਸੀਂ ਡਿਗਰੀਆਂ ਕਾਲਜ ਬੰਦ ਕਰ ਦਿਓ, ਜੇ ਸਾਰਾ ਕੁਝ ਇੱਥੇ ਹੀ ਹੋਣਾ ਵਾ। ਤੁਸੀਂ ਆਹ ਚੀਜ਼ ਵੇਖੋ, ਐਸਥਮਾ, ਰਸੋਲੀ, ਅਪੰਗਤਾ, ਗੁਪਤ ਰੋਗ, ਹਰ ਇੱਕ ਬਿਮਾਰੀ ਦਾ ਇਹਨਾਂ ਦਾ ਇਲਾਜ ਆ। ਇੱਕ ਵੀਡੀਓ ਭਾਜੀ ਐਸੀ ਆ, ਤੁਹਾਨੂੰ ਮੈਂ ਹੁਣੇ ਵੀ ਦਿਖਾ ਦਿੰਦਾ ਵਾ। ਚੱਲਦੀ ਲਾਈਵ ਵੀਡੀਓ ਦੇ ਵਿੱਚ ਇੱਕ ਲੇਡੀ ਦੇ ਰਸੋਲੀ ਜਿਹੜੀ ਫਟ ਕੇ ਬਾਹਰ ਆ ਗਈ। ਤੁਸੀਂ ਦੇਖੋ ਕਿ ਵੀ ਇੱਕ ਫਿੰਸੀ ਜਿਹੜੀ ਆ, ਫਿੰਸੀ ਵੀ ਫਟ ਜੇ ਨਾ ਤੇ ਬੰਦਾ ਦਰਦਨਾਕ ਲਾ ਲੈਂਦਾ ਵਾ। ਔਰ ਉਹ ਲੇਡੀ ਚੰਗੀ ਭਲੀ ਖਲੋਤੀ ਆ। ਮੈਂ ਚੈਲੰਜ ਮਾਰਦਾ ਵਾਂ ਤੁਹਾਡੀ ਮੀਡੀਆ ਦੇ ਰਾਹੀਂ, ਮੈਂ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਦੀ ਦੇਖ ਰੇਖ ਦੇ ਵਿੱਚ ਆਪਣਾ ਐਫੀਡੇਵਿਟ ਦੇਣ ਨੂੰ ਤਿਆਰ ਆ। ਤੁਸੀਂ ਇੰਨੇ ਹੀ ਸਮਰਥ ਆ, ਤੁਹਾਡੇ 'ਚ ਇੰਨੀਆਂ ਹੀ ਸ਼ਕਤੀਆਂ ਵਾ, ਤੁਸੀਂ ਮੈਨੂੰ ਮਾਰ ਦਿਓ, ਜਿੰਦਾ ਵੀ ਨਾ ਕਰੋ। ਇਹ ਮੈਂ ਚੈਲੰਜ ਕਰਕੇ ਗੱਲ ਕਹਿੰਦਾ ਵਾ, ਤੁਸੀਂ ਮੈਨੂੰ ਜਿੰਦਾ ਵੀ ਨਾ ਕਰੋ, ਤੁਸੀਂ ਮੈਨੂੰ ਮਾਰ ਹੀ ਦੇਵੋ। ਮੇਰੇ ਵੀ ਸਟੋਨ ਹੈਗਾ ਵਾ, ਮੇਰੇ ਵੀ ਗੋਲਬਲੇਡਰ ਸਟੋਨ ਆ, ਤੁਸੀਂ ਮੇਰੇ ਸਟੋਨ ਕੱਢ ਕੇ ਵਿਖਾ ਦਿਓ, ਮੈਂ ਸਾਰਾ ਕੁਝ ਤੁਹਾਡੇ ਲਾ ਦੂੰਗਾ। ਠੀਕ ਆ ਜੀ। ਤੁਸੀਂ ਵੇਖੋ ਆ ਜਿਹੜੀ ਆ ਇੱਕ ਲਵ ਜਿਹਾਦੀ ਆ। ਸਾਨੂੰ ਜਿਹੜੀ ਪੱਗ ਆ ਐਵੇਂ ਨਹੀਂ ਮਿਲੀ, ਇਹ ਧਰਮ ਦੀ ਰਾਖੀ ਕਰਕੇ ਸਰਦਾਰੀਆਂ ਮਿਲੀਆਂ ਤਾਂ ਸਾਡੇ ਸਿਰਾਂ ਤੇ ਪੱਗਾਂ ਆਈਆਂ ਵਾ। ਤੁਸੀਂ ਆ ਵੇਖੋ ਸ਼ਰੇਆਮ ਪੱਗ ਦੀ ਬੇਅਦਬੀ ਕੀਤੀ ਜਾ ਰਹੀ ਹੈ ਪਾਦਰੀ ਵੱਲੋਂ। ਔਰ ਜਿਹੜਾ ਇੱਕ ਸਿੱਖ ਦਾ ਸਿਰ ਆ, ਇੱਕ ਸਰਦਾਰ ਦਾ ਸਿਰ ਆ, ਸਿਰਫ ਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਣਾ ਚਾਹੀਦਾ, ਨਾ ਕਿ ਕਿਸੇ ਆਮ ਇਨਸਾਨ ਦੇ ਅੱਗੇ। ਠੀਕ ਆ ਜੀ। ਇਹ ਤੁਸੀਂ ਦੇਖੋ ਕੀ ਹੋ ਰਿਹਾ ਵਾ ਜੀ, ਇਹ ਬੇਅਦਬੀ ਨਹੀਂ ਆ, ਸ਼ਰੇਆਮ ਚੀਜ਼ਾਂ ਹੋ ਰਹੀਆਂ। ਇਹਨੂੰ ਲਵ ਜਿਹਾਦ ਦੇ ਤੌਰ ਤੇ ਵੀ ਤੁਸੀਂ ਇੱਕ ਚੀਜ਼ ਵੇਖ ਸਕਦੇ ਆ ਕਿ ਵੀ ਇਹ ਬਹੁਤ ਵੱਡੇ ਲੈਵਲ ਤੇ ਹੋ ਰਿਹਾ। ਜਿਹੜਾ ਵਿਆਹ ਕਰਨਾ ਵਾ ਉਹ ਸਾਈਆਂ ਦੇ ਤੌਰ ਤੇ ਕਰਨਾ ਵਾ, ਤੇ ਜਿਹੜੇ ਧਾਰਮਿਕ ਚਿੰਨ੍ਹ ਆ ਉਹ ਸਾਡੇ ਸਮਾਜ ਦੇ ਪਾਣੇ ਆ। ਪਰ ਕ੍ਰਿਸਚਨ ਭਾਈਚਾਰੇ ਦੇ ਲੋਕ ਕਹਿੰਦੇ ਨੇ ਅਸੀਂ ਮਨ ਪਰਿਵਰਤਨ ਕਰਦੇ ਆ, ਧਰਮ ਪਰਿਵਰਤਨ ਤੇ ਜ਼ੋਰ ਨਹੀਂ ਦਿੰਦੇ। ਗੱਲ ਭਾਜੀ ਇਦਾਂ ਵਾ, ਦੇਖੋ ਜਦੋਂ ਬੰਦੇ ਦਾ ਮਨ ਹੀ ਪਰਿਵਰਤਨ ਹੋ ਗਿਆ, ਧਰਮ ਪਰਿਵਰਤਨ ਦੀ ਕਿਹੜੀ ਹੈਗੀ? ਕਿਉਂਕਿ ਸਾਡੇ ਗ੍ਰੰਥਾਂ ਦੇ ਵਿੱਚ ਇੱਕ ਚੀਜ਼ ਕਹੀ ਹੈ ਕਿ ਮਨ ਹੀ ਜਿਹੜੀ ਆ ਨਾ ਹਰ ਇੱਕ ਜਿਹੜੀ ਮੁਸ਼ਕਿਲ ਦਾ ਕਾਰਨ ਆ, ਜਿਹੜਾ ਸਾਨੂੰ ਆਪਣੇ ਈਸ਼ਟ ਤੋਂ, ਆਪਣੇ ਧਰਮ ਤੋਂ ਦੂਰ ਲੈ ਕੇ ਜਾਂਦਾ ਵਾ। ਜਦੋਂ ਬੰਦੇ ਦਾ ਮਨ ਪਰਿਵਰਤਨ ਹੋ ਗਿਆ, ਸਾਰਾ ਕੁਝ ਹੀ ਪਰਿਵਰਤਨ ਆਪਣੇ ਆਪ ਹੋ ਗਿਆ। ਇੱਕ ਕੰਨ ਇੱਧਰੋਂ ਫੜ ਲਓ ਜਾਂ ਇੱਧਰੋਂ ਫੜ ਲਓ, ਫੜਨਾ ਕੰਨ ਨਹੀਂ ਹੈਗਾ ਜੇ। ਇਹ ਇੱਕ ਗੱਲ ਘਮਾਉਣ ਦਾ ਤਰੀਕਾ ਵਾ ਉਹਨਾਂ ਵੱਲੋਂ। ਤੁਸੀਂ ਦੇਖ ਲਓ ਕਿ ਵੀ ਜਦੋਂ ਇਹਨਾਂ ਨੇ ਫੈਸਿਲਿਟੀਆਂ ਲੈਣੀਆਂ ਹੁੰਦੀਆਂ ਵਾ ਉਦੋਂ ਤੇ ਆਪਣੇ ਆਪ ਨੂੰ ਐਸੀ ਘਮਾਉਂਦੇ ਆ, ਜਦੋਂ ਕੋਈ ਗੱਲ ਹੋ ਜਾਂਦੀ ਫਿਰ ਅਸੀਂ ਕ੍ਰਿਸਚਨ ਆ ਜੀ। ਤੁਸੀਂ ਵੇਖੋ ਗੋਤ ਦਾ ਮੂੰਹ ਨਹੀਂ ਛੱਡਦੇ, ਜੇ ਉਹ ਜੜ ਸਿੱਖ ਹੋਣ ਉਹ ਰੰਧਾਵੇ, ਦਿਓਲ ਸਾਰਾ ਕੁਝ ਲਾਈ ਜਾਂਦੇ ਆ। ਤੇ ਜੇ ਗੱਲ ਆਪਣੇ ਵਾਲਮੀਕੀ ਹੈ, ਜੇ ਮਜਬੀ ਸਿੱਖ ਸਮਾਜ ਦੀ ਕਰਾਂ ਤੇ ਉੱਥੇ ਵੀ ਆਹੀ ਆ, ਪੱਟੀ ਤੁਹਾਡਾ ਆਪਣਾ ਸੋਤੇ ਜੀ, ਉਹ ਜੋ ਵੀ ਗੋਤਾਂ ਚੱਲਦੀਆਂ ਵਾ ਸਾਡੇ ਵਾਲਮੀਕੀ ਸਮਾਜ ਦੇ ਵਿੱਚ ਉਹ ਵੀ ਲਾਈ ਜਾਂਦੇ ਆ। ਇਹ ਤਾਂ ਦੋਨੇ ਪਾਸੋਂ ਖਾਈ ਜਾ ਰਹੇ ਆ। ਹਨਾ ਕਹਿਣ ਰਿਹਾ ਵਾ, ਸਾਡੇ ਗ੍ਰੰਥ ਦੇ ਸਾਡੇ ਈਸ਼ਟਾਂ ਨੇ ਕਿਤੇ ਵੀ ਨਹੀਂ ਲਿਖਿਆ ਕਿ ਚਮਤਕਾਰ ਵਰਗੀ ਕੋਈ ਚੀਜ਼ ਆ। ਸ੍ਰਿਸ਼ਟੀ ਦਾ ਨਿਯਮ ਆ, ਜਿਹੜਾ ਧਰਤੀ ਤੇ ਆਇਆ ਵਾ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਆ। ਪ੍ਰਕਿਰਤੀ ਜਿਹੜੀ ਹੈ ਕਦੀ ਵੀ ਆਪਣੇ ਨਿਯਮਾਂ ਦੇ ਨਾਲ, ਸਿਧਾਂਤਾਂ ਦੇ ਨਾਲ ਕਦੀ ਵੀ ਕੰਪਰੋਮਾਈਜ਼ ਨਹੀਂ ਕਰਦੀ। ਇਹ ਤਾਂ ਸਿਰਫ ਇੱਕ ਝੂਠ ਆ, ਇੱਕ ਪਖੰਡਵਾਦ ਆ, ਇਹ ਫੈਲਾਇਆ ਗਿਆ ਵਾ, ਜਿਹਦੇ ਕਰਕੇ ਲੋਕਾਂ ਨੂੰ ਇਕੱਠੇ ਕਰਦੇ ਆ। ਕਿਸੇ ਤਰੀਕੇ ਦਾ ਵੀ ਕੁਝ ਨਹੀਂ ਹੁੰਦਾ ਹੈਗਾ। ਸਭ ਇਹਨਾਂ ਦੇ ਲੋਕ ਪਲੈਨਡ ਹੁੰਦੇ ਆ, ਟ੍ਰੇਨਡ ਲੋਕ ਹੁੰਦੇ ਆ, ਜਿਹੜੇ ਇਹਨਾਂ ਦੇ ਲੋਕਾਂ ਨੂੰ ਭਰਮਿਤ ਕਰਦੇ ਆ। ਤੁਸੀਂ ਇੱਕ ਵੀ ਮੈਨੂੰ ਬੰਦਾ ਦਿਖਾ ਦਿਓ ਜਿਹੜਾ ਠੀਕ ਹੋਇਆ ਹੋਵੇ, ਉਹੀ ਹੋਊਗਾ ਜਿਹੜਾ ਇਹਨਾਂ ਦਾ ਹੋਊਗਾ। ਤੁਸੀਂ ਵੇਖੋ ਵੀ ਇੱਕ ਚੀਜ਼ ਮੈਂ ਗੱਲ ਤੁਹਾਨੂੰ ਉਹੀ ਕਰਨ ਜਾਵਾਂਗਾ ਕਿ ਵੀ ਉਦਮ ਸਿੰਘ ਫਿਲਮ ਤੁਸੀਂ ਦੇਖੋ। ਉਦਮ ਸਿੰਘ ਫਿਲਮ ਦੇ ਵਿੱਚ ਗੋਲੀ ਚਲਾਉਣ ਵਾਲਾ ਕੌਣ ਸੀਗਾ? ਸਾਰੇ ਕਹਿੰਦੇ ਜਰਨਲ ਡਾਇਰ, ਪਰ ਗੋਲੀ ਚਲਾਉਣ ਵਾਲੇ ਸਾਰੇ ਭਾਰਤੀਏ ਸੀਗੇ। ਉਹੀ ਲੋਕ ਇਸ ਸਮੇਂ ਉਹਨਾਂ ਦੀ ਸਟ੍ਰੈਟਜੀ ਸੇਮ ਉਹੀ ਆ ਗਈ ਆ ਕਿ ਵੀ ਭਾਰਤ ਦੇ ਲੋਕਾਂ ਨੂੰ ਹੀ ਭਾਰਤ ਦੇ ਲੋਕਾਂ ਦੇ ਖਿਲਾਫ ਖੜਾ ਕਰ ਦਿਓ। ਠੀਕ ਹੈ ਜੀ। ਔਰ ਤੁਸੀਂ ਵੇਖਣਾ ਕਿ ਵੀ ਗੋਲੀਆਂ ਵੱਜੀਆਂ, ਕਿਸੇ ਦੀ ਬਾਂਹ ਉੱਡੀ। ਸਿਰਫ ਮੈਂ ਫਿਲਮ ਵੇਖੀ ਆ, ਜਿਨ੍ਹਾਂ ਨਾਲ ਰਿਐਲਿਟੀ 'ਚ ਹੋਇਆ ਹੋਊਗਾ ਉਹਨਾਂ ਦਾ ਕੀ ਬਣਿਆ ਹੋਊਗਾ। ਅੱਜ ਤੁਹਾਨੂੰ ਉਹ ਲੋਕ ਚੰਗੇ ਲੱਗਣ ਲੱਗ ਪਏ ਆ। ਤੁਸੀਂ ਗੁਰੂਆਂ ਦੀ ਬਲਿਦਾਨ ਭੁੱਲ ਗਏ, ਤੁਸੀਂ ਸਾਹਿਬਜ਼ਾਦਿਆਂ ਦੀ ਬਲਿਦਾਨ ਭੁੱਲ ਗਏ। ਨਿੱਕੇ ਸੀਗੇ, ਹੁਣ ਅੱਜ ਇੱਕ ਚੀਜ਼ ਆ ਗਈ ਆ, ਜਾਤੀਵਾਦ ਕਹਿ ਲਓ, ਜਾਂ ਜੀ ਕਹਿੰਦੇ ਜੀ ਵਧੀਆ ਕਨਵੈਂਟ ਸਕੂਲ ਖੋਲ੍ਹੇ ਆ, ਤੁਸੀਂ ਕਿਉਂ ਨਹੀਂ ਖੋਲ੍ਹ ਲਏ? ਮੈਂ ਇੱਕ ਚੀਜ਼ ਕਹਾਂਗਾ ਕਿ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰ ਲਈਏ। ਮੁਗਲਾਂ ਨੇ ਉਹਨਾਂ ਨੂੰ ਹਰ ਇੱਕ ਚੀਜ਼ ਆਫਰ ਕੀਤੀ ਕਿ ਉਹ ਨਹੀਂ ਚੀਜ਼ ਐਕਸੈਪਟ ਕਰ ਸਕਦੇ ਸੀਗੇ, ਪਰ ਉਹਨਾਂ ਨੇ ਕਿਹਾ ਸਾਡੇ ਤੋਂ ਵੱਡਾ ਸਾਡਾ ਧਰਮ ਆ। ਅੱਜ ਆਪਾਂ ਪੜ੍ਹ ਵੀ ਲਵਾਂਗੇ, ਵੈਲ ਸੈਟਲ ਵੀ ਹੋ ਜਾਵਾਂਗੇ, ਜੇ ਸਾਡੇ ਕੋਲ ਸਾਡਾ ਧਰਮ ਹੀ ਨਾ ਰਿਹਾ, ਸਾਡੇ ਕੋਲ ਸਾਡੀ ਸਰਦਾਰੀ ਨਾ ਰਹੀ, ਸਾਡੇ ਕੋਲ ਸਾਡੀ ਪੱਗ ਹੀ ਨਾ ਰਹੀ, ਤਾਂ ਫਿਰ ਐਸੀ ਪੜ੍ਹਾਈ ਦਾ, ਐਸੀ ਸੈਟਲਮੈਂਟ ਦਾ, ਐਸੀ ਸੁੱਖ ਸੁਵਿਧਾਵਾਂ ਦਾ ਅਸੀਂ ਕੀ ਕਰਨਾ ਵਾ? ਮੈਂ ਕਹਿੰਦਾ ਲੱਖ ਲਾਂਤ ਇਹੋ ਜਿਹੇ ਜਿਹੜੇ ਲੋਕ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ। ਅਪੀਲ ਕੀ ਕਰਨੀ ਚਾਹੁੰਦੇ ਬਾਈ? ਅਪੀਲ ਮੈਂ ਇਹੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਲੋਕ ਜਿਹੜੇ ਧਰਮ ਪਰਿਵਰਤਨ ਕਰ ਚੁੱਕੇ ਆ, ਇੱਕ ਵਾਰੀ ਮੈਂ ਫਿਰ ਉਹਨਾਂ ਦੇ ਲਾਂਤੀ ਪਾਵਾਂਗਾ ਕਿ ਵੀ ਤੁਸੀਂ ਆਪਣਾ ਇੱਕ ਵਾਰੀ ਇਤਿਹਾਸ ਤੇ ਪੜ੍ਹ ਲਓ, ਇਤਿਹਾਸ ਪੜ੍ਹ ਲਓ। ਜੇ ਕਿਤੇ ਵੀ ਅੰਗਰੇਜ਼ਾਂ ਨੇ ਸਾਡੇ ਨਾਲ ਕਿਤੇ ਵੀ ਕੁਝ ਵੀ ਵਧੀਆ ਚੀਜ਼ ਕੀਤੀ ਹੋਵੇ
ਤੇ ਤਾਂ ਕਹੋ ਹਨਾ। ਕਿੰਨਾ ਯਾਰ ਸਾਡਾ ਇਤਿਹਾਸ, ਕਿੰਨੇ ਬਲੀਦਾਨ ਦੇਣੇ ਪੈ ਗਏ ਗੁਰੂ ਸਾਹਿਬਾਨਾਂ ਨੂੰ, ਕਿਸ ਕਰਕੇ ਦੇਣੇ ਪੈ ਗਏ? ਧਰਮ ਦੀ ਖਾਤਰ ਦੇਣੇ ਪੈ ਗਏ। ਅੱਜ ਤੁਸੀਂ ਸਿਰਫ ਚੰਦ ਮੈਨੂੰ ਜੀ ਕੋਈ ਪ੍ਰੋਬਲਮ ਆ ਗਈ ਆ, ਜੇ ਮੈਂ ਠੀਕ ਹੋਏ ਨਾ, ਕਹਿੰਦੇ ਦੇਹਧਾਰੀ ਕੋ ਦੰਡ ਹੈ ਬਚ ਸਕੇ ਨਾ ਕੋਏ, ਗਿਆਨੀ ਭੋਗੇ ਗਿਆਨ ਸੇ ਅਗਿਆਨੀ ਭੋਗੇ ਰੋਏ। ਇਹ ਸ੍ਰਿਸ਼ਟੀ ਦਾ ਨਿਯਮ ਆ। ਜੇ ਸਰੀਰ ਆ ਤੇ ਉਹਦੇ ਨਾਲ ਬਿਮਾਰੀ ਵੀ ਆਣੀ ਜੀ, ਉਹਦੇ ਨਾਲ ਰੋਗ ਵੀ ਆਣੇ ਆ। ਹਰ ਇੱਕ ਕਿਸੇ ਨੂੰ ਇਹ ਚੀਜ਼ ਪ੍ਰੋਬਲਮ ਆਣੀ ਆ। ਦੇਖੋ ਕਿ ਵੀ ਇਹਨਾਂ ਦੇ ਜਿਹੜੇ ਪੋਪ ਹੈਗੇ ਆ, ਪੋਪ ਜਿਹੜੇ ਆ ਉਹ ਨਿਊਜ਼ ਚੈਨਲ ਸਾਰੇ ਚੀਜ਼ ਫਲੈਸ਼ ਹੋ ਰਹੀ ਹੈ ਚੀਜ਼ ਕਿ ਵੀ ਉਹ ਗੋਡਿਆਂ ਦੀ ਬਿਮਾਰੀ ਤੋਂ ਗ੍ਰਸਤ ਹੋ ਗਏ ਆ, ਗੋਡੇ ਬਦਲਾ ਰਹੇ ਆ। ਤੁਸੀਂ ਆਹ ਦੇਖੋ ਕਿ ਵੀ ਜਿਹੜੇ ਇਹਨਾਂ ਦੇ ਪਾਰਟਨਰ ਆ, ਜਿਹੜੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਜਿਹੜੇ ਆ ਇਹਨਾਂ ਦੇ ਪਾਰਟਨਰ, ਉਹ ਲੋਕਾਂ ਨੂੰ ਥਾਪੀਆਂ ਮਾਰ ਮਾਰ ਕੇ ਪੋਲੀਓ ਵਾਲਿਆਂ ਨੂੰ ਭਜਾਈ ਜਾ ਰਹੇ ਆ। ਤੁਸੀਂ ਆਹ ਦੇਖੋ। ਔਰ ਦੂਸਰੇ ਪਾਸੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਵਾ ਕਿ ਪੋਪ ਜੀ ਦੀ ਉਮਰ ਬੜੀ ਹੋ ਗਈ ਆ। ਕਿ ਉਮਰ ਮੈਟਰ ਕਰਦੀ ਹੈ ਫਿਰ ਚਮਤਕਾਰ ਦੇ ਮਗਰ? ਉਮਰ ਜੇ ਉਹ ਚਮਤਕਾਰ ਹੈਗਾ ਵਾ ਤੇ ਫਿਰ ਉਮਰ ਕੋਈ ਮੈਟਰ ਨਹੀਂ ਜੇ ਕਰਦੀ। ਤੁਸੀਂ ਵੇਖੋ ਕਿ ਵੀ ਸਭ ਤੋਂ ਵੱਧ ਜਿਹੜੀਆਂ ਕੋਵਿਡ ਦੇ ਵਿੱਚ ਜਿਹੜੀਆਂ ਡੈਥਾਂ ਹੋਈਆਂ ਵਾ ਉਹ ਇਟਲੀ ਦੇ ਵਿੱਚ ਹੋਈਆਂ। ਕਿ ਉੱਥੇ ਜਿਹੜੇ ਆ ਇਹਨਾਂ ਦੇ ਪੋਪ ਜਿਹੜੇ ਆ ਮੇਨ ਜਿਹੜੇ ਈਸਾਈ ਸਮਾਜ ਦੇ ਪ੍ਰਮੁੱਖ ਹੈਗੇ ਆ, ਉਹਦੇ ਉੱਥੇ ਸੀਗੇ। ਉਹਨਾਂ ਨੇ ਉੱਥੇ ਕਿਉਂ ਨਹੀਂ ਉਹ ਚੀਜ਼ ਨੂੰ ਕਿਉਰ ਕੀਤਾ? ਤੁਸੀਂ ਵੇਖੋ ਕਿ ਵੀ ਪਖੰਡਵਾਦ ਕਿੰਨਾ ਕਿ ਚਰਮ ਤੇ ਹੈਗਾ ਵਾ। ਏਡਸ ਇਲਾਜ ਬਿਮਾਰੀ ਆ। ਔਰ ਇਹਨਾਂ ਦੇ ਜਿਹੜੇ ਅਮਰੀਕਾ ਇੰਗਲੈਂਡ ਵਰਗੇ ਦੇਸ਼ਾਂ ਕੋਲ ਨਹੀਂ ਇਸ ਚੀਜ਼ ਦਾ ਹਜੇ ਤੱਕ ਕੋਈ ਇਲਾਜ ਕੱਢ ਪਾਇਆ। ਆਹ ਦੇਖੋ ਤੁਸੀਂ, ਇਹ ਪਾਸਟਰ ਬਜਿੰਦਰ ਦੀ ਗਈ ਹੈ ਜੀ, ਪ੍ਰੋਫੈਸੀ ਹੈ ਜੀ ਇਹਨਾਂ ਦੀ, ਨਾਲ ਰਿਪੋਰਟ ਵੀ ਲਾਈ ਹੈ ਨੈਗੇਟਿਵ ਦੀ। ਤੁਸੀਂ ਦੇਖੋ ਇਹ ਕਿਹੜੀਆਂ ਚੀਜ਼ਾਂ ਕਰਦੇ ਪਏ ਆ। ਇਹ ਤੇ ਲੋਕਾਂ ਨੂੰ ਸ਼ਰੇਆਮ ਮਾਰਨ ਕਰਨ ਦੇ ਆ। ਤੁਸੀਂ ਵੇਖੋ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਵਾ। ਝੋਲਾ ਛਾਪ ਡਾਕਟਰਾਂ ਨੂੰ ਜਿਹੜਾ ਵਾ ਪ੍ਰਸ਼ਾਸਨ ਫੜਦਾ ਵਾ ਕਿ ਵੀ ਲੋਕਾਂ ਦੇ ਸਿਹਤ ਨਾਲ ਖਿਲਵਾੜ ਕਰਦੇ ਪਏ। ਇਹ ਲੋਕਾਂ ਦੀ ਸਿਹਤ ਨਾਲ ਨਹੀਂ ਖਿਲਵਾੜ ਕਰਦੇ ਪਏ, ਇੱਥੇ ਪ੍ਰਸ਼ਾਸਨ ਸੁੱਤਾ ਪਿਆ ਵਾ। ਦੇਖੋ ਜੀ ਦੂਸਰੇ ਪਾਸੇ ਜੇ ਆਪਾਂ ਕਰੈਕਟਰ ਵਾਈਜ਼ ਗੱਲ ਕਰੀਏ ਤੇ ਇਹਨਾਂ ਦੇ ਪਾਸਟਰ ਬਰਜਿੰਦਰ ਜੀ ਆ, ਉਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕੀ ਮੈਟਰ ਚੱਲਦਾ ਪਿਆ। ਬਲਾਤਕਾਰ ਦਾ ਉਹਨਾਂ ਤੇ ਪਰਚਾ ਦਰਜ ਆ, ਜਿਹੜੀ ਉਹਨਾਂ ਦੀ ਅਰੈਸਟ ਵੀ ਪਈ ਸੀਗੀ। ਔਰ ਦੂਸਰੇ ਪਾਸੇ ਵੇਖੋ ਵੀ ਕੋਈ ਕਸਰ ਨਹੀਂ ਛੱਡਦੇ ਪਏ ਕਿਸੇ ਨੂੰ ਵੀ ਕਨਵਰਟ ਕਰਨ ਦੀ। ਆਹ ਦੇਖੋ ਸਾਰੇ ਹਿੰਦੂ ਦੇਵੀ ਦੇਵਤਾ ਨੇ ਜਿਹਦੇ ਵਿੱਚ ਜੀਸਸ ਕ੍ਰਾਈਸਟ ਦੀ ਫੋਟੋ ਲੱਗੀ ਹੋਈ ਆ। ਤੁਸੀਂ ਵੇਖੋ ਦਲਿਤ ਕ੍ਰਿਸਚਨ ਡਿਜ਼ਰਵ ਰਿਜ਼ਰਵੇਸ਼ਨ। ਦਲਿਤ ਕ੍ਰਿਸਚਨ ਨਹੀਂ ਹੋ ਸਕਦਾ, ਕ੍ਰਿਸਚਨ ਦਲਿਤ ਉਹ ਨਹੀਂ ਹੋ ਸਕਦਾ, ਤੇ ਰਿਜ਼ਰਵੇਸ਼ਨ ਕਿੱਥੋਂ ਹੋ ਗਈ ਜੀ? ਹਨਾ। ਤੁਸੀਂ ਇੱਕ ਹੋਰ ਚੀਜ਼ ਦਾ ਨੰਬਰ ਦਿਖਾਉਣਾ, ਰਾਈਸ ਬੈਗ ਪ੍ਰੋਜੈਕਟ ਆ ਜੀ। ਕਹਿੰਦੇ ਅਸੀਂ ਕਿਸੇ ਨੂੰ ਕੁਛ ਦੇ ਕੇ ਨਹੀਂ ਕਨਵਰਟ ਕਰਦੇ। ਆ ਗਈ ਆ ਜੀ ਪਾਸਟਰ ਬਰਜਿੰਦਰ ਜੀ ਦੀ ਫੋਟੋ ਲੱਗੀ ਆ ਜੀ ਉੱਪਰ, ਸ਼ਰੇਆਮ ਤੁਸੀਂ ਦੇਖੋ ਸਾਰਾ ਕੁਛ ਆ। ਟ੍ਰਾਈਬਸ ਏਰੀਆ ਦੇ ਵਿੱਚ ਜਾ ਕੇ ਇਹ ਲੋਕਾਂ ਨੂੰ ਕਨਵਰਟ ਕਰਦੇ ਪਏ ਆ ਨੌਕਰੀਆਂ ਲੈਣ ਲਈ। ਤੁਸੀਂ ਆ ਦੇਖੋ, ਲਾਸਟ ਕਹਿਣਾ ਇੱਕ ਗੱਲ ਜੀ ਇਹਨਾਂ ਦੇ ਪਾਰਟਨਰਾਂ ਵੱਲੋਂ ਕਹੀ ਜਾ ਰਹੀ ਹੈ ਕਿ ਜੀ ਅਸੀਂ ਐਮਬਸੀਆਂ ਬੰਦ ਕਰਵਾ ਦਾਂਗੇ, ਅਸੀਂ ਫਲਾਈਟਾਂ ਬੰਦ ਕਰਾ ਦਾਂਗੇ। ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ, ਭੁੱਖੇ ਤੁਹਾਡੇ ਦੇਸ਼ ਮਰਨੇ ਜੇ। ਕੱਲੇ ਪੰਜਾਬ ਦੇ ਵਿੱਚੋਂ ਹੀ ਸਾਲਾਨਾ 23,000 ਕਰੋੜ ਜਿਹੜਾ ਵਾ ਨਾ ਬਾਹਰਲੇ ਦੇਸ਼ਾਂ 'ਚ ਇਨਵੈਸਟ ਹੋ ਰਿਹਾ ਵਾ। ਜੇ ਤੁਸੀਂ ਇਹ ਚੀਜ਼ ਕਰਨੀ ਤੇ ਫਿਰ ਇਹ ਵੀ ਚੀਜ਼ ਕਰਕੇ ਵੇਖ ਲਵੋ। ਰਹਿਣਾ ਤੁਹਾਡਾ ਹੀ ਕੁਛ ਨਹੀਂ ਜੇ ਹੈਗਾ, ਤੁਹਾਡੇ ਦੇਸ਼ਾਂ ਦਾ ਹੀ ਕੁਛ ਨਹੀਂ ਹੋਣਾ। ਤੁਹਾਡੇ ਦੇਸ਼ ਕੰਗਾਲ ਹੋਏ ਪਏ ਆ ਕਿਉਂਕਿ ਤੁਸੀਂ ਲੇਟੈਸਟ ਜਿਹੜੀ ਆ ਕਿ ਬ੍ਰਿਟੇਨ ਦੀ ਇਕਨੋਮੀ ਜਿਹੜੀ ਨਾ ਭਾਰਤ ਤੋਂ ਵੀ ਕਾਫੀ ਪਿੱਛੇ ਜਾ ਚੁੱਕੀ ਹੋਈ ਆ। ਔਰ ਦੂਸਰੀ ਜਿਹੜੀ ਮੈਂ ਐਂਡ ਤੇ ਅਪੀਲ ਕਰਨਾ ਚਾਹੁੰਦਾ ਵਾ, ਇੱਕ ਤੇ ਆਪਣੇ ਗੁਰੂ ਸਾਹਿਬਾਨਾਂ ਦੇ ਦਿਖਾਏ ਹੋਏ ਮਾਰਗਾਂ ਤੇ ਚੱਲੋ, ਆਪਣਾ ਧਰਮ ਨਾ ਛੱਡੋ। ਔਰ ਦੂਜੇ ਜਿਹੜੇ ਅਖੌਤੀ ਪਾਰਟਨਰ ਆ, ਇਹਨਾਂ ਨੂੰ ਮੈਂ ਇਹੀ ਅਪੀਲ ਕਹਿਣਾ ਚਾਹੁੰਦਾ ਵਾਂ ਕਿ ਜੇ ਇਹਨਾਂ ਦੇ ਵਿੱਚ ਕੋਈ ਚਮਤਕਾਰੀ ਸ਼ਕਤੀ ਆ ਤੇ ਮੇਰੇ ਨਾਲ ਆ ਕੇ ਸਿੱਧੇ ਡਿਬੇਟ ਕਰਨ। ਮੈਂ ਵਿਦ ਪ੍ਰੂਫਾਂ ਦੇ ਨਾਲ ਕਰਾਂਗਾ, ਬਕਾਇਦਾ ਲਾਈਵ ਸਾਰੀ ਚੀਜ਼ ਚੱਲੂਗੀ। ਤੁਸੀਂ ਸਾਰਾ ਕੁਝ ਲਾਈਵ ਕਰਾਓ ਤੇ ਮੈਂ ਵੀ ਸਾਰਾ ਕੁਝ ਲਾਈਵ ਕਰੂੰਗਾ, ਠੀਕ ਹੈ ਨਾ। ਕਿਉਂਕਿ ਇਹ ਸਿਰਫ ਪਖੰਡਵਾਦ ਜਾਂ ਟ੍ਰੇਨਡ ਆਪਣੇ ਲੋਕ ਲਿਆ ਕੇ ਲੋਕਾਂ ਨੂੰ ਭਰਮਿਤ ਕਰ ਲੈਣਾ ਨਾ, ਸਿਰਫ ਇਰਨਾ ਨਹੀਂ ਗੱਡੀ ਚੱਲਣੀ ਹੈਗੀ ਜੇ। ਤੁਸੀਂ ਜੋ ਮਰਜ਼ੀ ਕਹੀ ਜਾਓ, ਕੱਲ ਵੀ ਪਰਸੋਂ ਵੀ ਜੋ ਵੀ ਸਿਸਟਮ ਚੱਲੀ ਜਾ ਰਿਹਾ ਵਾ, ਅਸੀਂ ਆਪਣਾ ਪੰਜਾਬ 'ਚ ਦੰਗੇ ਵਾਲਾ ਮਾਹੌਲ ਬਣਨ ਦਿਆ ਵਾ, ਅਸੀਂ ਸਰਕਾਰਾਂ ਬਣਾ ਵੀ ਸਕਦੇ ਹਾਂ, ਤੋੜ ਵੀ ਸਕਦੇ ਹਾਂ। ਸਿਰਫ ਤੁਹਾਡੇ ਨਾਲ ਹੀ ਸਾਰਾ ਕੁਝ ਨਹੀਂ ਚੱਲਦਾ ਪਿਆ, ਸਮਾਜ ਸਾਰਾ ਬੈਠਾ ਹੋਇਆ ਵਾ, ਲੋਕ ਜਾਗਰੂਕ ਹੋ ਚੁੱਕੇ ਆ। ਜਿਹੜੀ ਡੱਡੂਆਣੇ ਦੀ ਘਟਨਾ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਜਲਜਲਾ ਪੈਦਾ ਹੋ ਚੁੱਕਾ ਵਾ। ਪੰਜਾਬ ਦੇ ਲੋਕਾਂ ਨੂੰ ਤੁਹਾਡੀ ਅਸਲੀਅਤ ਪਤਾ ਲੱਗ ਚੁੱਕੀ ਆ। ਉਹ ਤੁਹਾਡੇ ਪਾਸਟਰ ਜਿਹੜੇ ਆ ਉਹ ਵੀ ਤੁਹਾਡੇ ਤੋਂ ਹੱਥ ਚੁੱਕ ਚੁੱਕੇ ਆ, ਕਿਉਂਕਿ ਲੋਕਾਂ ਨੂੰ ਪਤਾ ਚੱਲ ਚੁੱਕਾ ਵਾ ਕਿ ਵੀ ਤੁਹਾਡੀ ਅਸਲੀਅਤ ਕੀ ਆ। ਸਿਰਫ ਤੇ ਸਿਰਫ ਪਖੰਡ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈਗਾ ਜੇ। ਫਿਰ ਵੀ ਜੇ ਤੁਸੀਂ ਕਿਤੇ ਵੀ ਚੈਲੰਜ ਐਕਸੈਪਟ ਕਰਦੇ ਜੇ, ਕਿਉਂਕਿ ਤੁਸੀਂ ਚੈਲੰਜ ਐਕਸੈਪਟ ਨਹੀਂ ਕਰਨਾ। ਲਾਸਟ ਟਾਈਮ ਵੀ ਤੁਹਾਡੇ ਪਾਰਟਨਰ ਜਿਹੜੇ ਨਰੂਲਾ ਜੀ ਸੀਗੇ, ਉਹਨਾਂ ਨੂੰ ਵੀ ਇਹੀ ਚੈਲੰਜ ਕੀਤਾ ਗਿਆ ਸੀਗਾ ਕੋਵਿਡ ਦੇ ਸਮੇਂ 'ਚ, ਕਿਉਂਕਿ ਉਹ ਕਹਿੰਦੇ ਸੀ ਕਿ ਮੈਂ ਜੁੱਤੀਆਂ ਮਾਰ ਕੇ ਕਰੋਨਾ ਨੂੰ ਪੰਜਾਬ ਦੇ ਵਿੱਚੋਂ, ਭਾਰਤ ਦੇ ਵਿੱਚੋਂ ਕੱਢ ਦਾਂਗਾ। ਪਰ ਜਦੋਂ ਉਹਨਾਂ ਨਾਲ ਡਿਬੇਟ ਲਈ ਟਾਈਮ ਮੰਗਿਆ ਗਿਆ ਤੇ ਉਹਨਾਂ ਨੇ ਐਕਸੈਪਟ ਨਹੀਂ ਸੀ ਕੀਤਾ, ਕਿਉਂਕਿ ਸਿਰਫ ਤੇ ਸਿਰਫ ਝੂਠ ਹੀ ਸੀਗਾ। ਕਿਉਂਕਿ ਜੇ ਸੱਚ ਹੁੰਦਾ ਤੇ ਇਟਲੀ 'ਚ ਇਹਨਾਂ ਡੈਥਾਂ ਹੁੰਦੀਆਂ, ਪੰਜਾਬ ਦੇ ਵਿੱਚ ਵੀ ਨਾ ਹੁੰਦੀਆਂ। ਤੇ ਤੁਸੀਂ ਦੇਖੋ ਕਿ ਵੀ ਲੋਕਾਂ ਨੂੰ ਇਹ ਮੌਤ ਦੇ ਮੂੰਹ 'ਚ ਭਾਈ ਜਾਂਦੇ ਤੇ ਆਪ ਤੇ ਮਾਸਕ ਪਾ ਕੇ ਕਰੀ ਜਾਂਦੇ ਸੀਗੇ, ਹਨਾ। ਸਾਰੇ ਦਾ ਸਾਰਾ ਐਂਡ ਦੇ ਸਿੱਟਾ ਹੀ ਨਿਕਲਦਾ ਵਾ ਕਿ ਆਪਣੇ ਸਮਾਜ ਨੂੰ
ਹਰ ਇੱਕ ਸਮਾਜ ਨੂੰ ਮੈਂ ਅਪੀਲ ਕਰਦਾ ਵਾਂ ਕਿ ਆਪਣੇ ਧਰਮ ਨੂੰ, ਆਪਣੇ ਸਮਾਜ ਦੇ ਲੋਕਾਂ ਨੂੰ ਇਹ ਚੀਜ਼ ਬਾਰੇ ਜਾਗਰੂਕ ਕਰੋ ਔਰ ਵੱਧ ਤੋਂ ਵੱਧ ਇਸ ਪਖੰਡਵਾਦ ਦਾ ਵਿਰੋਧ ਕਰੋ ਤਾਂ ਕਿ ਲੋਕਾਂ 'ਚ ਜਾਗਰਤੀ ਪੈਦਾ ਹੋਵੇ। ਕਿਉਂਕਿ ਖਾਲੀ ਸਾਡੇ ਕੀਤਿਆਂ ਹੀ ਕੁਛ ਨਹੀਂ ਜੇ ਹੋਣਾ ਹੈਗਾ, ਕੱਲੇ ਕੱਲੇ ਬੰਦਿਆਂ ਦਾ, ਕੱਲੀ ਕੱਲੀ ਜਨਤਾ ਦਾ ਸਾਨੂੰ ਸਪੋਰਟ ਚਾਹੀਦੀ ਆ। ਇਹਨਾਂ ਦੇ ਪਖੰਡ ਤੋਂ ਪਰਦਾਫਾਸ਼ ਕਰੀਏ। ਜੇ ਦੇਖੋ ਹਸਪਤਾਲ ਬਣੇ ਆ, ਡਾਕਟਰਸ ਬਣੇ ਆ, ਇਹ ਕੁਦਰਤ ਦੀ ਬਣਾਈ ਚੀਜ਼ ਆ। ਜੇ ਇਹਨਾਂ ਨੇ ਸਾਰਾ ਕੁਝ ਠੀਕ ਹੋ ਜਾਣਾ ਤੇ ਜਿਹੜਾ ਇਹਨਾਂ ਦਾ ਧਰਮ ਆ, ਜਿਹੜਾ ਇੰਗਲੈਂਡ ਅਮਰੀਕਾ ਤੋਂ ਆਇਆ ਵਾ, ਕਹਿੰਦੇ ਜੀ ਹਸਪਤਾਲਾਂ ਦਾ ਦੇਸ਼ ਹੈਗਾ ਵਾ, ਤੇ ਫਿਰ ਉੱਥੇ ਇੰਨੀਆਂ ਜ਼ਿਆਦਾ ਬਿਮਾਰੀਆਂ, ਭਿਆਨਕ ਬਿਮਾਰੀਆਂ ਕਿਉਂ ਹੋਈਆਂ ਵਾ? ਉੱਥੇ ਕਿਉਂ ਨਹੀਂ ਇਹ ਠੀਕ ਹੁੰਦੇ ਹੈਗੇ? ਔਰ ਦੂਸਰਾ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਕਿ ਅੱਗੇ ਤੋਂ ਸਾਡੇ ਸਮਾਜ ਦੇ ਨਾਲ ਜਾਂ ਸਾਡੇ ਧਾਰਮਿਕ ਚਿੰਨ੍ਹਾਂ ਦੇ ਨਾਲ, ਸਾਡੇ ਪ੍ਰਤੀਕ ਚਿੰਨ੍ਹਾਂ ਦੇ ਨਾਲ ਜੇ ਕਿਸੇ ਤਰੀਕੇ ਦਾ ਵੀ ਖਿਲਵਾੜ ਕੀਤਾ ਗਿਆ ਤੇ ਜਿਹੜਾ ਸਮਾਜ ਆ ਇਸ ਚੀਜ਼ ਦਾ ਡਟ ਕੇ ਵਿਰੋਧ ਕਰੇਗਾ ਔਰ ਜਿਹੜੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੀ ਹੋਵੇਗੀ। ਭਗਵਾਨ ਵਾਲਮੀਕੀ ਵੀਰ ਸਨ, ਅੱਜ ਦਾ ਜਿਹੜਾ ਇਸ ਮੁੱਦੇ 'ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪੰਜਾਬ ਦੇ ਵਿੱਚ ਜਿਹੜਾ ਈਸਾਈ ਮਿਸ਼ਨਰੀਆਂ ਵੱਲੋਂ ਬਹੁਤ ਵੱਡੇ ਲੈਵਲ 'ਤੇ ਜਿਹੜਾ ਧਰਮ ਪਰਿਵਰਤਨ ਹੋਣ ਜਾ ਰਿਹਾ ਵਾ, ਬਹੁਤ ਵੱਡੇ ਲੈਵਲ 'ਤੇ ਕਰ ਰਹੇ ਆ। ਔਰ ਜਿਹੜੀ ਚਪੇਟ ਦੇ ਵਿੱਚ ਸਿਰਫ ਦਲਿਤ ਸਮਾਜ ਨਹੀਂ, ਸਿੱਖ ਸਮਾਜ, ਹਿੰਦੂ ਸਮਾਜ ਔਰ ਸਾਰੇ ਸਮਾਜ ਤੁਸੀਂ ਦੇਖ ਸਕਦੇ ਜੇ ਕਿ ਇੱਕ ਸਿੱਖ ਲੜਕਾ ਜਿਸ ਨੇ ਦਸਤਾਰ ਬੰਨ੍ਹੀ ਹੈ ਔਰ ਇਹਨਾਂ ਦੇ ਵਿੱਚ ਈਸਾਈਆਂ ਦੇ ਵਿੱਚ ਵਿਆਹ ਦੇ ਵਿੱਚ ਜਿਹੜਾ ਨਿਕਾਹ ਸ਼ਬਦ ਜਿਹੜਾ ਯੂਜ਼ ਕੀਤਾ ਜਾਂਦਾ ਵਾ, ਉਹਨੇ ਪੱਗ ਬੰਨ੍ਹੀ ਹੈ, ਤੁਸੀਂ ਦੇਖ ਸਕਦੇ ਆ। ਜਿਹੜੀ ਪੱਗ ਆ ਉਹ ਸਾਨੂੰ ਵੀ ਪਤਾ ਵਾ ਕਿੰਨੀਆਂ ਸ਼ਹੀਦੀਆਂ ਪ੍ਰਾਪਤ ਕਰਕੇ, ਧਰਮ ਦੀ ਰਾਖੀ ਕਰਕੇ, ਸਰਦਾਰੀ ਕਰਕੇ ਸਾਨੂੰ ਇਹ ਪੱਗ ਮਿਲੀ ਆ। ਔਰ ਜੇ ਆਪਾਂ ਇਹ ਚੀਜ਼ ਕਹਿੰਦੇ ਆ ਕਿ ਜੇ ਤੁਸੀਂ ਇੱਕ ਸਾਈਡ 'ਤੇ ਹੋ ਜਾਓ ਤੇ ਪੱਗ ਦੀ ਬੇਅਦਬੀ ਨਾ ਕਰੋ, ਕਿਉਂਕਿ ਜੇ ਤੁਸੀਂ ਮਸੀਹ ਬਣਨਾ ਵਾ ਤੇ ਫਿਰ ਮਸੀਹ ਬਣ ਜਾਓ, ਜੇ ਸਿੱਖ ਬਣਨਾ ਤੇ ਸਿੱਖ ਬਣ ਜਾਓ। ਇਹਨੂੰ ਕਿਸੇ ਦੇ ਅੱਗੇ ਕਿਸੇ ਇਹ ਜਿਹੜਾ ਸਿੱਖ ਦਾ ਸਿਰ ਹੈਗਾ ਵਾ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਣਾ ਚਾਹੀਦਾ ਵਾ, ਨਾ ਕਿ ਕਿਸੇ ਪਾਦਰੀ ਦੇ ਅੱਗੇ। ਇੱਕ ਤਰ੍ਹਾਂ ਦਾ ਲਫ਼ਜ਼ ਜਿਹਾਦ ਵੀ ਆਪਾਂ ਇਹਨੂੰ ਕਿਹਾ ਜਾ ਸਕਦਾ ਵਾ। ਔਰ ਤੁਸੀਂ ਦੇਖੋ ਕਿ ਵੀ ਨਿੱਤ ਨਵਾਂ ਕੋਈ ਨਾ ਕੋਈ ਇਸ਼ੂ ਆ ਰਿਹਾ ਵਾ, ਕਿਤੇ ਜੰਡਿਆਲੇ, ਕਿਤੇ ਤਰਨਤਾਰਨ, ਕਿਤੇ ਨਾ ਕਿਤੇ। ਹੁਣ ਕੱਲ੍ਹ ਦੀ ਵੀ ਇੱਕ ਖਬਰ ਆ ਚੱਲ ਰਹੀ ਹੈ ਜਿਹੜੀ ਕਿ ਜੰਡਿਆਲੇ ਸਕੂਲ ਦੇ ਵਿੱਚ ਜਿਹੜੇ ਸਿੱਖ ਬੱਚੇ ਸੀਗੇ ਉਹਨਾਂ ਨੂੰ ਜਿਹੜੇ ਧਾਰਮਿਕ ਚਿੰਨ੍ਹ ਜਿਹੜੇ ਉਤਾਰਨ ਲਈ ਕਿਹਾ ਗਿਆ। ਔਰ ਇੱਥੇ ਹੀ ਬਸ ਨਹੀਂ ਹੈਗਾ, ਤੁਸੀਂ ਰੱਖੜੀ 'ਤੇ ਵੀ ਇੱਕ ਬਹੁਤ ਖਬਰ ਚੱਲੀ ਸੀਗੀ। ਔਰ ਖੁਦ ਮੈਨੂੰ ਵੀ ਕਈ ਵਾਰੀ ਚੀਜ਼ਾਂ ਹੈਂਡਲ ਕਰਨੀਆਂ ਪੈ ਰਹੀਆਂ, ਪਰ ਪੇਰੈਂਟਸ ਦਾ ਥੋੜ੍ਹਾ ਜਿਹਾ ਡਰ ਕਰਕੇ ਪੇਰੈਂਟਸ ਸਾਹਮਣੇ ਨਹੀਂ ਆਉਂਦੇ, ਕਿਉਂਕਿ ਰੱਖੜੀ ਵਾਲੇ ਦਿਨ, ਕਿਉਂਕਿ ਭੈਣਾਂ ਜਿਹੜੀਆਂ ਵਾ ਰੱਖੜੀਆਂ ਬਣਦੀਆਂ ਵਾ, ਹੈ ਨਾ। ਔਰ ਚਰਚਾਂ ਦੇ ਵਿੱਚ ਇਸ ਚੀਜ਼ ਨੂੰ ਅਲਾਉਡ ਨਹੀਂ ਕੀਤਾ ਜਾਂਦਾ। ਔਰ ਹੋਇਆ ਕੀ ਹੈ, ਜੁਰਮਾਨੇ ਵੀ ਲੱਗੇ। ਕਈ ਇੱਥੋਂ ਦੇ ਕਨਵੈਂਟ ਸਕੂਲ ਜਿਹੜੇ ਆ ਉਹਨਾਂ ਦੀ ਮੈਂ ਗੱਲ ਕਰਦਾ ਪਿਆ ਅੰਮ੍ਰਿਤਸਰ ਦੇ ਵਿੱਚ, ਕਿ ਜਿਹੜੇ ਇੱਕ ਪਖੰਡਵਾਦ ਜਿਹੜਾ ਕੀਤਾ ਜਾ ਰਿਹਾ ਵਾ ਔਰ ਬਹੁਤ ਜ਼ਿਆਦਾ ਇੱਕ ਗੰਭੀਰ ਵਿਸ਼ਾ ਵਾ ਪੰਜਾਬ ਦਾ। ਔਰ ਪਿੱਛੇ ਤੁਸੀਂ ਦੇਖਿਆ ਜਾਵਾ ਕਿ ਵੀ ਜਿਹੜੇ ਨਿਹੰਗ ਸਿੰਘਾਂ ਵੱਲੋਂ ਜਿਹੜੀ ਇੱਕ ਕਾਰਵਾਈ ਕੀਤੀ ਗਈ ਆ ਉਹ ਬਹੁਤ ਵਧੀਆ ਸੀਗੀ, ਜਿਸ ਕਰਕੇ ਇੱਕ ਜਿਹੜਾ ਇੱਕ ਕਹਿੰਦੇ ਨਾ ਕਿ ਵੀ ਇੱਕ ਜ਼ਲਜ਼ਲਾ ਬਣ ਕੇ ਆਇਆ ਬਾਹਰ। ਸਮੱਸਿਆ ਤੇ ਬਹੁਤ ਸਮੇਂ ਪੁਰਾਣੀ ਸੀਗੀ ਔਰ ਤੁਸੀਂ ਦੇਖੋ ਕਿ ਵੀ ਪਖੰਡ ਦੀ ਤੇ ਹੱਦ ਹੀ ਹੋ ਚੁੱਕੀ ਹੈ। ਤੁਸੀਂ ਦੇਖੋ ਕਿ ਗਵਾਈਆਂ ਵਾ ਜੀ, ਸਰਕਾਰੀ ਨੌਕਰੀਆਂ ਜਿਹੜੀਆਂ ਵਾ ਉਹ ਪ੍ਰੇ ਕਰਕੇ ਮਿਲਦੀਆਂ ਪਈਆਂ ਵਾ। ਜੇ ਪ੍ਰੇ ਕਰਕੇ ਮਿਲਣੀਆਂ ਫਿਰ ਕੀ ਲੋੜ ਹੈ ਜੀ ਸਰਕਾਰਾਂ ਨੂੰ ਵੋਟਾਂ ਪਾਉਣ ਦੀ, ਜਾਂ ਕੀ ਲੋੜ ਹੈ ਜੀ ਸਰਕਾਰਾਂ ਨੂੰ ਲੋਕ ਲੁਭਾਵਣੇ ਜਿਹੜੇ ਵਾਅਦੇ ਕਰਨ ਦੀ? ਜੇ ਪ੍ਰੇਆਂ ਕਰਕੇ ਇੱਧਰ ਆਪਣੀਆਂ ਨੌਕਰੀਆਂ ਮਿਲੀ ਜਾਣੀਆਂ ਵਾ, ਹੈ ਨਾ। ਔਰ ਤੁਸੀਂ ਦੇਖੋ ਇੱਕ ਇਹਨਾਂ ਦਾ ਪ੍ਰੋਜੈਕਟ ਆ ਜੀ, ਜਿਹੜਾ ਰਾਈਸ ਬੈਗ ਪ੍ਰੋਜੈਕਟ ਹੈਗਾ ਵਾ, ਜਿਹਨੂੰ ਆਪਾਂ ਰਾਈਸ ਬੈਗ ਪ੍ਰੋਜੈਕਟ ਹੀ ਕਹਾਂਗੇ। ਤੁਸੀਂ ਦੇਖੋ ਪਾਸਟਰ ਬਜਿੰਦਰ ਹੈਗਾ ਵਾ, ਜਿਹੜੀਆਂ ਫੋਟੋਆਂ ਵੀ ਛਪੀਆਂ ਹੋਈਆਂ ਵਾ ਬੋਰੀਆਂ ਦੇ ਉੱਪਰ। ਔਰ ਜਿਹੜਾ ਵੱਡੇ ਲੈਵਲ 'ਤੇ ਜਿਹੜਾ, ਕਿਉਂਕਿ ਇੱਕ ਇਹ ਟਰਾਈਬਸ ਏਰੀਆ ਦੇ ਵਿੱਚ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਵਾ, ਜਿੱਥੇ ਲੋਕਾਂ ਨੂੰ ਜਿਹੜਾ ਮਾਨਸਿਕ ਤੌਰ 'ਤੇ ਇੱਕ ਬਿਲਟਅਪ ਕਰਕੇ ਜਿਹੜਾ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ, ਉਹਨਾਂ ਨੂੰ ਕਨਵਰਜਨ ਕੀਤਾ ਜਾ ਰਿਹਾ ਵਾ। ਔਰ ਤੁਸੀਂ ਹੋਰ ਵੇਖੋ ਇੱਕ ਚੀਜ਼, ਕਰੋਨਾ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਗਾਈਡਲਾਈਨਸ ਦਾ ਜਿਹੜਾ ਉਲੰਘਣ ਕੀਤਾ ਗਿਆ ਵਾ ਉਹ ਈਸਾਈ ਭਾਈਚਾਰੇ ਜਿਹੜੇ ਨੇ ਪ੍ਰਚਾਰਕਾਂ ਵੱਲੋਂ ਕੀਤਾ ਗਿਆ ਵਾ। ਔਰ ਤੁਸੀਂ ਲਾਸਟ ਈਅਰ ਵੀ ਦੇਖਿਆ ਹੋਊਗਾ ਕਿ ਪਾਸਟਰ ਅੰਕੁਰ ਨਰੂਲਾ ਸੀਗਾ, ਉਹਨੇ ਜਿਹੜੀਆਂ ਵਾ ਕਰੋਨਾ ਦੀਆਂ ਗਾਈਡਲਾਈਨਸ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਵਾ।
ਤੁਸੀਂ ਇੱਕ ਚੀਜ਼ ਵੇਖੋ ਕਿ ਵੀ ਬਪਤਿਸਮਾ ਦਿੱਤਾ ਜਾਂਦਾ ਵਾ ਜਦੋਂ ਕਨਵਰਜਨ ਕਰਨ ਸਮੇਂ, ਔਰ ਤੁਸੀਂ ਦੇਖੋ ਕਿ ਵੀ ਆਹ ਤੁਸੀਂ ਫੋਟੋ 'ਚ ਦੇਖ ਰਹੇ ਆ ਟਰਾਈਬਸ ਏਰੀਆ ਦੇ ਵਿੱਚ ਆ, ਕੋਈ ਨਹਿਰ ਨਹੀਂ ਛੱਡਦੇ, ਕੋਈ ਨਹਾ ਨਹੀਂ ਛੱਡਦੇ, ਜਿੱਥੇ ਵੀ ਆ ਬਸ ਕਨਵਰਜਨ ਕਰਾਈ ਜਾ ਰਹੇ ਆ। ਔਰ ਦੂਸਰੀ ਗੱਲ ਹੁਣ ਬੜੀ ਪ੍ਰਚਲਿਤ ਜੀ ਕਰ ਦਿੱਤੀ ਇਹਨਾਂ ਨੇ ਕਿ ਵੀ ਧਰਮ ਪਰਿਵਰਤਨ ਹੀ ਮਨ ਪਰਿਵਰਤਨ ਹੁੰਦਾ। ਹੁਣ ਸਾਡੇ ਗ੍ਰੰਥਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ, ਮਨ ਹੀ ਸਾਰੀਆਂ ਵਿਸ਼ੇ ਵਿਕਾਰਾਂ ਦਾ ਜਿਹੜਾ ਕਾਰਨ ਹੈਗਾ ਵਾ ਮੇਨ। ਜਦੋਂ ਬੰਦੇ ਦਾ ਮਨ ਹੀ ਬਦਲ ਗਿਆ ਤੇ ਫਿਰ ਉਹਨੂੰ ਧਰਮ ਪਰਿਵਰਤਨ ਦੀ ਲੋੜ ਨਹੀਂ ਪੈਂਦੀ, ਉਹ ਸਾਰਾ ਕੁਝ ਕਨਵਰਟ ਕਰ ਜਾਂਦਾ। ਔਰ ਹਰ ਇੱਕ ਚੀਜ਼ 'ਚ ਇਹਨਾਂ ਨੂੰ ਜਿਹੜਾ ਵਾ ਸ਼ੈਤਾਨ ਦਿਖਦਾ। ਜਦੋਂ ਬੰਦਾ ਇੱਕ ਕਨਵਰਟਡ ਹੋ ਜਾਂਦਾ, ਠੀਕ ਹੈ ਜੀ, ਔਰ ਉਹਨੂੰ ਜਿਹੜੇ ਸਾਡੇ ਗੁਰਪੀਰ ਆ, ਸਾਡੇ ਈਸਟ ਆ, ਉਹ ਸਾਰਿਆਂ 'ਚ ਇਹਨਾਂ ਨੂੰ ਸ਼ੈਤਾਨ ਦਿਖਣਾ ਸ਼ੁਰੂ ਹੋ ਜਾਂਦਾ। ਔਰ ਬਹੁਤ ਸਾਰੀਆਂ ਉਦਾਹਰਨਾਂ ਤੁਸੀਂ ਆਹ ਦੇਖੋ, ਆ ਵੀ ਬੀਬੀ ਦਾ ਜਿਹੜਾ ਇੱਕ ਜਿਹੜਾ ਡੰਗਰਾਂ ਦੀ ਖੁੜੀ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਹੀ ਬਪਤਿਸਮਾ ਦਿੱਤਾ ਜਾ ਰਿਹਾ ਵਾ। ਔਰ ਤੁਸੀਂ ਇੱਕ ਹੋਰ ਦੇਖੋ ਕਿ ਵੀ ਜਿੱਥੇ ਕਿ ਇਹਨਾਂ ਦਾ ਜਿਹੜੇ ਪੌਪ ਜੀ ਆ ਜਿਹੜੇ ਇਟਲੀ ਦੇ ਆ, ਉਹ ਆਪ ਗੋਡੇ ਦੀ ਸਮੱਸਿਆ ਤੋਂ ਗ੍ਰਸਤ ਹੈਗੇ ਆ। ਉਹ ਜਗ ਜ਼ਾਹਿਰ ਚੀਜ਼ ਹੈਗੀ ਆ, ਸਾਰੇ ਨਿਊਜ਼ ਤੇ ਉਹ ਚੀਜ਼ ਫਲੈਸ਼ ਹੋ ਰਹੀ ਆ, ਸਾਰੇ ਜਿਹੜੀ ਆ ਕਿ ਨਿਊਜ਼ ਚੱਲ ਰਹੀ ਆ ਕਿ ਪੌਪ ਜਿਹੜੇ ਆ ਗੋਡਿਆਂ ਤੋਂ ਪੀੜਤ ਹੈਗੇ, ਗੋਡੇ ਦਰਦ ਤੋਂ ਪੀੜਤ ਹੈਗੇ ਆ। ਔਰ ਦੂਸਰੇ ਆ ਜਿਹੜੇ ਕਿ ਇੰਡੀਆ ਦੇ ਪੰਜਾਬ ਦੇ ਜਿਹੜੇ ਪਾਸਟਰ ਹੈਗੇ ਆ, ਉਹ ਵੱਡੇ ਲੈਵਲ ਤੇ ਜਿਹੜੇ ਅਪੰਗ ਲੋਕ ਆ ਜਾਂ ਪੋਲੀਓਗ੍ਰਸਤ ਲੋਕ ਆ, ਸਾਰਿਆਂ ਨੂੰ ਦੜਾਈ ਜਾਂਦੇ। ਉਹ ਤੁਸੀਂ ਇੱਕ ਚੀਜ਼ ਵੇਖੋ ਫੋਟੋ ਦੇ ਵਿੱਚ, ਸਰ ਭਾਜੀ ਜ਼ੂਮ ਕਰਨਾ ਥੋੜਾ ਜਿਹਾ, ਤੁਸੀਂ ਦੇਖੋ ਕਿ ਜਿਹੜਾ ਬੰਦਾ ਵੀਲ ਚੇਅਰ ਤੇ ਬੈਠਾ ਹੁੰਦਾ ਕਦੀ ਉਹ ਬੂਟ ਨਹੀਂ ਪਾਉਂਦਾ। ਤੁਸੀਂ ਵੇਖੋ ਇਹਨਾਂ ਨੂੰ ਇੰਨੀ ਕਾਲੀ ਸੀਗੀ ਇਸ ਚੀਜ਼ ਦੀ ਕਿ ਉਹ ਚੱਪਲਾਂ ਪਾ ਕੇ ਬੂਟ ਪਾ ਕੇ ਹੀ ਆ ਗਏ ਆ, ਠੀਕ ਹੈ ਜੀ। ਲਾਈਵ ਸ਼ੋਅ ਦੇ ਵਿੱਚ ਜਿਹੜਾ ਵਾ ਰਸੌਲੀਆਂ ਕੱਢੀਆਂ ਜਾ ਰਹੀਆਂ ਵਾ। ਮੈਂ ਕਹਿੰਦਾ ਮੈਂ ਗਾਇਨੀਕੋਲੋਜਿਸਟ ਦੀ ਲੋੜ ਨਹੀਂ ਹੈਗੀ, ਤੁਸੀਂ ਸਿੱਧੇ ਪਾਸਟਰ ਕੋਲ ਚਲ ਜਾਓ, ਤੁਸੀਂ ਆਪਣੀ ਰਸੌਲੀਆਂ ਕਢਾ ਸਕਦੇ ਆ।